ਸਾਲ 2021 ਦੇ ਲਈ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ 22 ਅਗਸਤ ਨੂੰ ਖਤਮ ਹੋਵੇਗੀ। 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ ਅਤੇ ਉਸੇ ਦਿਨ ਇਹ ਯਾਤਰਾ ਸਮਾਪਤ ਹੁੰਦੀ ਹੈ। ਕਰੀਬ 2 ਮਹੀਨੇ ਇਸ ਵਾਰ ਇਹ ਯਾਤਰਾ ਚੱਲੇਗੀ। ਜੇਕਰ ਸਾਲ 2020 ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੇ ਕਰਕੇ ਅਮਰਨਾਥ ਯਾਤਰਾ ਨਹੀਂ ਹੋ ਪਾਈ ਸੀ ਤੇ ਸਾਲ 2019 ਦੇ ਵਿੱਚ ਵੀ ਸਮੇਂ ਤੋਂ ਪਹਿਲਾਂ ਹੀ ਅਮਰਨਾਥ ਯਾਤਰਾ ਨੂੰ ਖਤਮ ਕਰ ਦਿੱਤਾ ਗਿਆ ਸੀਗਾ। लेकिन जेकर असी गल हुण करिए साल 2021 ਦੇ ਲਈ ਤਾਂ ठीक 3 महीने ਦਾ ਸਮਾਂ ਬਾਕੀ ਹੈ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੱਲੀ ਹੈ। 1 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਦੇਸ਼ ਭਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਅਮਰਨਾਥ ਯਾਤਰਾ ਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਹੈ, ਕਿਹੜੇ ਡਾਕੂਮੈਂਟਸ ਦੀ ਤੁਹਾਨੂੰ ਜ਼ਰੂਰਤ ਹੋਵੇਗੀ ਅਤੇ ਕਿੱਥੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੈ, ਕੌਣ ਅਮਰਨਾਥ ਯਾਤਰਾ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ। ਅਮਰਨਾਥ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। 1 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 3 ਬੈਂਕਾਂ ਦੀਆਂ 446 ਬ੍ਰਾਂਚਾਂ ਵਿੱਚੋਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ, ਜੰਮੂ ਕਸ਼ਮੀਰ ਬੈਂਕ ਅਤੇ ਯੈਸ ਬੈਂਕ ਸ਼ਾਮਿਲ ਨੇ। 100 ਰੁਪਏ ਪ੍ਰਤੀ ਰਜਿਸਟ੍ਰੇਸ਼ਨ ਫੀਸ ਹੈ। 6 ਤੋਂ ਜ਼ਿਆਦਾ ਲੋਕ यानी ग्रुप रजिस्ट्रेशन की वक्री फीस लगेगी। रजिस्ट्रेशन के लिए सेहत जांच सर्टिफिकेट लाजमी है। डॉक्टर मंजूर शुदा होना चाहिए। तय दिन अते तय रस्ते ते ही सीमित संख्या दे विच श्रद्धालु यात्रा कर सकणगे अते रजिस्ट्रेशन पहला आओ अते पहला पाओ के आधार पर होवेगी। हुण एक नज़र मार लैंदे हैं कि यात्रा कौन कर सकता है। देश या विदेश का कोई भी नागरिक ये यात्रा कर सकता है। हालांकि बैंक फीस विदेशी यात्रियों के लिए वक्री होगी। 6 साल के बच्चे तो लैके 75 साल तक के बजुर्ग तक ये यात्रा कर सकते हैं। 6 हफ्ते यानी कि 1.5 महीने तो ज़्यादा गर्भवती महिलावां नूं यात्रा की इजाज़त नहीं होगी। तो जेकर हुण तुसीं भी अमरनाथ यात्रा ते जाना चाहुंदे हो तो किस तरीके दे नाल तुसीं अपनी रजिस्ट्रेशन करवा सकते हो, तुहानूं असीं ये दसदे हां। इस स्क्रीन के उत्ते नज़र मारो, ये मैं पहला ही एक टैब खोल के रखी हुई है जिस लिखा हुआ सी श्री अमरनाथ यात्रा श्राइन बोर्ड। ये उन्हां दी वैबसाइट है अमरनाथ यात्रा श्राइन बोर्ड की। जदों तुसीं इस वैबसाइट के होम पेज पर जाओगे तो तुहाडे सामने कुछ इस तरीके की एक नवी विंडो खुल जाऊगी। उस दे विच कई लिंक दिते हुए हैं। उन्हां दे विचों जो 4 नंबर लिंक है तुहानूं मैं ये दिखा देना चाहुंदा। उस दे उत्ते लिखा हुआ है एप्लीकेशन फॉर्म एंड CHC फॉर्म फॉर यात्रा 2021। ਤੁਸੀਂ ਇਸ ਲਿੰਕ ਦੇ ਉੱਤੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ 2 ਫਾਰਮ ਖੁੱਲ ਜਾਣਗੇ। ਇਹਨਾਂ ਨੂੰ ਡਾਊਨਲੋਡ ਕਰਨਾ ਹੈ, ਤੁਸੀਂ ਪ੍ਰਿੰਟ ਆਊਟ ਕਢਾ ਲਿਓ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਵਿੱਚ ਪੂਰੀ ਆਪਣੀ ਜਾਣਕਾਰੀ ਦੇਣੀ ਹੈ। ਆਪਣੀ ਜੋ ਜਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਉਸ ਦੀ ਜਾਣਕਾਰੀ ਦੇਣੀ ਹੈ। ਆਪਣੇ ਹੈਲਥ ਬਾਰੇ ਤੁਸੀਂ ਇਸ ਵਿੱਚ ਸਾਰੀ ਜਾਣਕਾਰੀ ਦੇਣੀ ਹੈ। ਉਸ ਤੋਂ ਬਾਅਦ ਤੁਹਾਨੂੰ ਫਾਰਮ ਭਰ ਕੇ ਜਾਣਾ ਪਊਗਾ ਹਸਪਤਾਲ ਦੇ ਵਿੱਚ ਡਾਕਟਰ ਕੋਲ। ਉਸ ਤੋਂ ਬਾਅਦ ਡਾਕਟਰ ਤੁਹਾਨੂੰ ਕੁਝ ਟੈਸਟ ਦੱਸੂਗਾ। ਉਹਨਾਂ ਟੈਸਟ ਦੇ ਆਧਾਰ ਤੇ ਹੀ ਤੈਅ ਹੋਊਗਾ ਕਿ ਤੁਸੀਂ ਅਮਰਨਾਥ ਯਾਤਰਾ ਕਰ ਸਕਦੇ ਹੋ ਜਾਂ ਫਿਰ ਨਹੀਂ। ਜੇਕਰ ਸਾਰਾ ਕੁਝ ਸਹੀ ਰਹਿੰਦਾ ਤਾਂ ਜੋ ਤੁਹਾਡਾ ਹੈਲਥ ਸਰਟੀਫਿਕੇਟ ਹੈ ਡਾਕਟਰ ਇਸ ਦੇ ਵਿੱਚ ਆਲ ਗੁੱਡ ਲਿਖ ਦੂਗਾ ਅਤੇ ਤੁਹਾਨੂੰ ਇਹ ਵਾਲਾ ਸਰਟੀਫਿਕੇਟ ਹੈਲਥ ਸਰਟੀਫਿਕੇਟ ਅਤੇ ਦੂਸਰਾ ਜੋ ਯਾਤਰਾ ਪਰਮਿਟ ਸਰਟੀਫਿਕੇਟ ਹੈ ਇਸ ਨੂੰ ਲੈ ਕੇ ਬੈਂਕ ਦੇ ਵਿੱਚ ਜਾਣਾ ਪਊਗਾ। 3 ਬੈਂਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਯੈਸ ਬੈਂਕ ਹੈ, ਪੰਜਾਬ ਨੈਸ਼ਨਲ ਬੈਂਕ ਹੈ ਔਰ ਜੰਮੂ ਐਂਡ ਕਸ਼ਮੀਰ ਜੋ ਬੈਂਕ ਹੈ ਉਸ ਦੇ ਵਿੱਚ ਤੁਸੀਂ ਜਾਓਗੇ। 400 ਤੋਂ ਵੱਧ ਬ੍ਰਾਂਚਾਂ ਨੇ ਦੇਸ਼ ਦੇ ਵਿੱਚ ਤਾਂ ਆਪਣੇ ਸਾਰੇ ਡਾਕੂਮੈਂਟ ਤੁਸੀਂ ਉਹਨਾਂ ਨੂੰ ਸਬਮਿਟ ਕਰਾਣੇ ਹੋਣਗੇ। ਜੇਕਰ ਤੁਸੀਂ ਇਕੱਲੇ ਜਾ ਰਹੇ ਹੋ ਜਾਂ ਆਪਣੇ ਕੁਝ ਸਾਥੀਆਂ ਦੇ ਨਾਲ ਜਾ ਰਹੇ ਹੋ ਤਾਂ ਤੁਹਾਡੀ 100 ਰੁਪਇਆ ਫੀਸ ਲੱਗੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਗਰੁੱਪ ਰਜਿਸਟ੍ਰੇਸ਼ਨ ਕਰਵਾ ਰਹੇ ਹੋ ਤਾਂ ਗਰੁੱਪ ਦੇ ਸਾਈਜ਼ ਦੇ ਆਧਾਰ ਦੇ ਉੱਤੇ ਤੁਹਾਡੀ ਫੀਸ ਲੱਗੇਗੀ ਜੋ ਕਿ 100 ਰੁਪਏ ਤੋਂ ਲੈ ਕੇ 600 ਰੁਪਏ ਤੱਕ ਦੀ ਹੋ ਸਕਦੀ ਹੈ। ਤਾਂ ਇਸ ਦੇ ਨਾਲ ਹੀ ਵੈਬਸਾਈਟ ਤੇ ਤੁਸੀਂ ਕੁਝ ਡੂਜ਼ ਐਂਡ ਡੋਂਟ ਡੂਜ਼ ਵੀ ਨਾਲ ਦਿੱਤੇ ਹੋਏ ਨੇ। ਤੁਸੀਂ ਉਹਨਾਂ ਦੇ ਉੱਤੇ ਵੀ ਜਦੋਂ ਯਾਤਰਾ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਨਜ਼ਰ ਜ਼ਰੂਰ ਮਾਰਨੀ ਹੈ ਕਿ ਤੁਸੀਂ ਯਾਤਰਾ ਮਾਰਗ ਦੇ ਉੱਤੇ ਕਿਹੜੀਆਂ ਸਾਵਧਾਨੀਆਂ ਦਾ ਖਿਆਲ ਰੱਖਣਾ ਵਾ, ਕੀ ਤੁਸੀਂ ਪ੍ਰੀਕਾਸ਼ਨਸ ਇਸਤੇਮਾਲ ਵਰਤਣੀਆਂ ਨੇ, ਕਿਹੜਾ ਸਮਾਨ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ। ਜਦੋਂ ਤੁਸੀਂ ਯਾਤਰਾ ਕਰਨੀ ਹੈ, ਯਾਤਰਾ ਸ਼ੁਰੂ ਕਰਨੀ ਹੈ ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ, ਤੁਹਾਨੂੰ ਇਹ ਸਾਰੀਆਂ ਜਾਣਕਾਰੀ ਡੂਜ਼ ਐਂਡ ਡੋਂਟ ਡੂਜ਼ ਦੇ ਵਿੱਚ ਦਿੱਤੀ ਗਈ ਹੈ। ਸਾਲ 2021 ਦੇ ਲਈ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ 22 ਅਗਸਤ ਨੂੰ ਖਤਮ ਹੋਵੇਗੀ। 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ ਅਤੇ ਉਸੇ ਦਿਨ ਇਹ ਯਾਤਰਾ ਸਮਾਪਤ ਹੁੰਦੀ ਹੈ। ਕਰੀਬ 2 ਮਹੀਨੇ ਇਸ ਵਾਰ ਇਹ ਯਾਤਰਾ ਚੱਲੇਗੀ। ਜੇਕਰ ਸਾਲ 2020 ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੇ ਕਰਕੇ ਅਮਰਨਾਥ ਯਾਤਰਾ ਨਹੀਂ ਹੋ ਪਾਈ ਸੀ ਤੇ ਸਾਲ 2019 ਦੇ ਵਿੱਚ ਵੀ ਸਮੇਂ ਤੋਂ ਪਹਿਲਾਂ ਹੀ ਅਮਰਨਾਥ ਯਾਤਰਾ ਨੂੰ ਖਤਮ ਕਰ ਦਿੱਤਾ ਗਿਆ ਸੀਗਾ।
ਲੇਕਿਨ ਜੇਕਰ ਅਸੀਂ ਗੱਲ ਹੁਣ ਕਰੀਏ ਸਾਲ 2021 ਦੇ ਲਈ ਤਾਂ ਠੀਕ 3 ਮਹੀਨੇ ਦਾ ਸਮਾਂ ਬਾਕੀ ਹੈ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੱਲੀ ਹੈ। 1 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਦੇਸ਼ ਭਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਅਮਰਨਾਥ ਯਾਤਰਾ ਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਹੈ, ਕਿਹੜੇ ਡਾਕੂਮੈਂਟਸ ਦੀ ਤੁਹਾਨੂੰ ਜ਼ਰੂਰਤ ਹੋਵੇਗੀ ਅਤੇ ਕਿੱਥੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੈ, ਕੌਣ ਅਮਰਨਾਥ ਯਾਤਰਾ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ। ਅਮਰਨਾਥ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। 1 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 3 ਬੈਂਕਾਂ ਦੀਆਂ 446 ਬ੍ਰਾਂਚਾਂ ਵਿੱਚੋਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ, ਜੰਮੂ ਕਸ਼ਮੀਰ ਬੈਂਕ ਅਤੇ ਯੈਸ ਬੈਂਕ ਸ਼ਾਮਿਲ ਨੇ। 100 ਰੁਪਏ ਪ੍ਰਤੀ ਰਜਿਸਟ੍ਰੇਸ਼ਨ ਫੀਸ ਹੈ। 6 ਤੋਂ ਜ਼ਿਆਦਾ ਲੋਕ ਯਾਨੀ ਗਰੁੱਪ ਰਜਿਸਟ੍ਰੇਸ਼ਨ ਦੀ ਵੱਖਰੀ ਫੀਸ ਲੱਗੇਗੀ। ਰਜਿਸਟ੍ਰੇਸ਼ਨ ਦੇ ਲਈ ਸਿਹਤ ਜਾਂਚ ਸਰਟੀਫਿਕੇਟ ਲਾਜ਼ਮੀ ਹੈ। ਡਾਕਟਰ ਮਨਜ਼ੂਰਸ਼ੁਦਾ ਹੋਣਾ ਚਾਹੀਦਾ ਹੈ। ਤੈਅ ਦਿਨ ਅਤੇ ਤੈਅ ਰਸਤੇ ਤੇ ਹੀ ਸੀਮਿਤ ਸੰਖਿਆ ਦੇ ਵਿੱਚ ਸ਼ਰਧਾਲੂ ਯਾਤਰਾ ਕਰ ਸਕਣਗੇ ਅਤੇ ਰਜਿਸਟ੍ਰੇਸ਼ਨ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ਤੇ ਹੋਵੇਗੀ। ਹੁਣ ਇੱਕ ਨਜ਼ਰ ਮਾਰ ਲੈਂਦੇ ਹਾਂ ਕਿ ਯਾਤਰਾ ਕੌਣ ਕਰ ਸਕਦਾ ਹੈ। ਦੇਸ਼ ਜਾਂ ਵਿਦੇਸ਼ ਦਾ ਕੋਈ ਵੀ ਨਾਗਰਿਕ ਇਹ ਯਾਤਰਾ ਕਰ ਸਕਦਾ ਹੈ। ਹਾਲਾਂਕਿ ਬੈਂਕ ਫੀਸ ਵਿਦੇਸ਼ੀ ਯਾਤਰੀਆਂ ਦੇ ਲਈ ਵੱਖਰੀ ਹੋਵੇਗੀ। 6 ਸਾਲ ਦੇ ਬੱਚੇ ਤੋਂ ਲੈ ਕੇ 75 ਸਾਲ ਤੱਕ ਦੇ ਬਜ਼ੁਰਗ ਤੱਕ ਇਹ ਯਾਤਰਾ ਕਰ ਸਕਦੇ ਨੇ। 6 ਹਫ਼ਤੇ ਯਾਨੀ ਕਿ 1.5 ਮਹੀਨੇ ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਤੇ ਜੇਕਰ ਹੁਣ ਤੁਸੀਂ ਵੀ ਅਮਰਨਾਥ ਯਾਤਰਾ ਤੇ ਜਾਣਾ ਚਾਹੁੰਦੇ ਹੋ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਤੁਹਾਨੂੰ ਅਸੀਂ ਇਹ ਦੱਸਦੇ ਹਾਂ। ਇਸ ਸਕਰੀਨ ਦੇ ਉੱਤੇ ਨਜ਼ਰ ਮਾਰੋ। ਇਹ ਮੈਂ ਪਹਿਲਾਂ ਹੀ ਇੱਕ ਟੈਬ ਖੋਲ ਕੇ ਰੱਖੀ ਹੋਈ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ। ਇਹ ਉਹਨਾਂ ਦੀ ਵੈਬਸਾਈਟ ਹੈ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਦੀ। ਜਦੋਂ ਤੁਸੀਂ ਇਸ ਵੈਬਸਾਈਟ ਦੇ ਹੋਮ ਪੇਜ ਤੇ ਜਾਓਗੇ ਤਾਂ ਤੁਹਾਡੇ ਸਾਹਮਣੇ ਕੁਝ ਇਸ ਤਰੀਕੇ ਦੀ ਇੱਕ ਨਵੀਂ ਵਿੰਡੋ ਖੁੱਲ ਜਾਊਗੀ। ਉਸ ਦੇ ਵਿੱਚ ਕਈ ਲਿੰਕ ਦਿੱਤੇ ਹੋਏ ਨੇ। ਉਹਨਾਂ ਦੇ ਵਿੱਚੋਂ ਜੋ 4 ਨੰਬਰ ਲਿੰਕ ਹੈ ਤੁਹਾਨੂੰ ਮੈਂ ਇਹ ਦਿਖਾ ਦੇਣਾ ਚਾਹੁੰਦਾ। ਉਸ ਦੇ ਉੱਤੇ ਲਿਖਿਆ ਹੋਇਆ ਐਪਲੀਕੇਸ਼ਨ ਫਾਰਮ ਐਂਡ CHC ਫਾਰਮ ਫॉर ਯਾਤਰਾ 2021। ਤੁਸੀਂ ਇਸ ਲਿੰਕ ਦੇ ਉੱਤੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ 2 ਫਾਰਮ ਖੁੱਲ ਜਾਣਗੇ। ਇਹਨਾਂ ਨੂੰ ਡਾਊਨਲੋਡ ਕਰਨਾ ਹੈ, ਤੁਸੀਂ ਪ੍ਰਿੰਟ ਆਊਟ ਕਢਾ ਲਿਓ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਵਿੱਚ ਪੂਰੀ ਆਪਣੀ ਜਾਣਕਾਰੀ ਦੇਣੀ ਹੈ। ਆਪਣੀ ਜੋ ਜਿੱਥੇ ਦੇ ਤੁਸੀਂ ਰਹਿਣ ਵਾਲੇ ਹੋ ਉਸ ਦੀ ਜਾਣਕਾਰੀ ਦੇਣੀ ਹੈ। ਆਪਣੇ ਹੈਲਥ ਬਾਰੇ ਤੁਸੀਂ ਇਸ ਵਿੱਚ ਸਾਰੀ ਜਾਣਕਾਰੀ ਦੇਣੀ ਹੈ। ਉਸ ਤੋਂ ਬਾਅਦ ਤੁਹਾਨੂੰ ਫਾਰਮ ਭਰ ਕੇ ਜਾਣਾ ਪਊਗਾ ਹਸਪਤਾਲ ਦੇ ਵਿੱਚ ਡਾਕਟਰ ਕੋਲ। ਉਸ ਤੋਂ ਬਾਅਦ ਡਾਕਟਰ ਤੁਹਾਨੂੰ ਕੁਝ ਟੈਸਟ ਦੱਸੂਗਾ। ਉਹਨਾਂ ਟੈਸਟ ਦੇ ਆਧਾਰ ਤੇ ਹੀ ਤੈਅ ਹੋਊਗਾ ਕਿ ਤੁਸੀਂ ਅਮਰਨਾਥ ਯਾਤਰਾ ਕਰ ਸਕਦੇ ਹੋ ਜਾਂ ਫਿਰ ਨਹੀਂ। ਜੇਕਰ ਸਾਰਾ ਕੁਝ ਸਹੀ ਰਹਿੰਦਾ ਤਾਂ ਜੋ ਤੁਹਾਡਾ ਹੈਲਥ ਸਰਟੀਫਿਕੇਟ ਹੈ ਡਾਕਟਰ ਇਸ ਦੇ ਵਿੱਚ ਆਲ ਗੁੱਡ ਲਿਖ ਦੂਗਾ ਅਤੇ ਤੁਹਾਨੂੰ ਇਹ ਵਾਲਾ ਸਰਟੀਫਿਕੇਟ ਹੈਲਥ ਸਰਟੀਫਿਕੇਟ ਅਤੇ ਦੂਸਰਾ ਜੋ ਯਾਤਰਾ ਪਰਮਿਟ ਸਰਟੀਫਿਕੇਟ ਹੈ ਇਸ ਨੂੰ ਲੈ ਕੇ ਬੈਂਕ ਦੇ ਵਿੱਚ ਜਾਣਾ ਪਊਗਾ। 3 ਬੈਂਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਯੈਸ ਬੈਂਕ ਹੈ, ਪੰਜਾਬ ਨੈਸ਼ਨਲ ਬੈਂਕ ਹੈ ਔਰ ਜੰਮੂ ਐਂਡ ਕਸ਼ਮੀਰ ਜੋ ਬੈਂਕ ਹੈ ਉਸ ਦੇ ਵਿੱਚ ਤੁਸੀਂ ਜਾਓਗੇ। 400 ਤੋਂ ਵੱਧ ਬ੍ਰਾਂਚਾਂ ਨੇ ਦੇਸ਼ ਦੇ ਵਿੱਚ। ਤਾਂ ਆਪਣੇ ਸਾਰੇ ਡਾਕੂਮੈਂਟ ਤੁਸੀਂ ਉਹਨਾਂ ਨੂੰ ਸਬਮਿਟ ਕਰਾਣੇ ਹੋਣਗੇ। ਜੇਕਰ ਤੁਸੀਂ ਇਕੱਲੇ ਜਾ ਰਹੇ ਹੋ ਜਾਂ ਆਪਣੇ ਕੁਝ ਸਾਥੀਆਂ ਦੇ ਨਾਲ ਜਾ ਰਹੇ ਹੋ ਤਾਂ ਤੁਹਾਡੀ 100 ਰੁਪਇਆ ਫੀਸ ਲੱਗੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਗਰੁੱਪ ਰਜਿਸਟ੍ਰੇਸ਼ਨ ਕਰਵਾ ਰਹੇ ਹੋ ਤਾਂ ਗਰੁੱਪ ਦੇ ਸਾਈਜ਼ ਦੇ ਆਧਾਰ ਦੇ ਉੱਤੇ ਤੁਹਾਡੀ ਫੀਸ ਲੱਗੇਗੀ ਜੋ ਕਿ 100 ਰੁਪਏ ਤੋਂ ਲੈ ਕੇ 600 ਰੁਪਏ ਤੱਕ ਦੀ ਹੋ ਸਕਦੀ ਹੈ। ਤਾਂ ਇਸ ਦੇ ਨਾਲ ਹੀ ਵੈਬਸਾਈਟ ਤੇ ਤੁਸੀਂ ਕੁਝ ਡੂਜ਼ ਐਂਡ ਡੋਂਟ ਡੂਜ਼ ਵੀ ਨਾਲ ਦਿੱਤੇ ਹੋਏ ਨੇ। ਤੁਸੀਂ ਉਹਨਾਂ ਦੇ ਉੱਤੇ ਵੀ ਜਦੋਂ ਯਾਤਰਾ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਨਜ਼ਰ ਜ਼ਰੂਰ ਮਾਰਨੀ ਹੈ ਕਿ ਤੁਸੀਂ ਯਾਤਰਾ ਮਾਰਗ ਦੇ ਉੱਤੇ ਕਿਹੜੀਆਂ ਸਾਵਧਾਨੀਆਂ ਦਾ ਖਿਆਲ ਰੱਖਣਾ ਵਾ, ਕੀ ਤੁਸੀਂ ਪ੍ਰੀਕਾਸ਼ਨਸ ਇਸਤੇਮਾਲ ਵਰਤਣੀਆਂ ਨੇ, ਕਿਹੜਾ ਸਮਾਨ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ। ਜਦੋਂ ਤੁਸੀਂ ਯਾਤਰਾ ਕਰਨੀ ਹੈ, ਯਾਤਰਾ ਸ਼ੁਰੂ ਕਰਨੀ ਹੈ ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਹੈ। ਤੁਹਾਨੂੰ ਇਹ ਸਾਰੀਆਂ ਜਾਣਕਾਰੀ ਡੂਜ਼ ਐਂਡ ਡੋਂਟ ਡੂਜ਼ ਦੇ ਵਿੱਚ